ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਬੰਦੀ ਛੋੜ ਦਿਵਸ ਦੇ ਮੌਕੇ ਜਿਹੜੀ ਤਕਰੀਰ ਕੀਤੀ ਹੈ, ਉਸ ਵਿੱਚ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੇ ਲਈ ਜਿਹੜੀਆਂ ਸਰਕਾਰੀ ਕੋਸ਼ਿਸ਼ਾਂ ਹੋ ਰਹੀਆਂ, ਉਹਨਾਂ ਦੇ ਵਿਰੁੱਧ ਜਿਹੜੀ ਹੈ ਇਕਮੁੱਠਤਾ ਨਾਲ ਸਾਨੂੰ ਲੜਾਈ ਲੜਨੀ ਚਾਹੀਦੀ ਹੈ ਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਦੇ ਲਈ ਕੰਮ ਕਰਨਾ ਚਾਹੀਦਾ ਹੈ, ਯਤਨਸ਼ੀਲ ਹੋਣਾ ਚਾਹੀਦਾ ਹੈ। ਇਹ ਉਹਨਾਂ ਨੇ ਜਿਹੜੀ ਖਾਸ ਆਪਣੀ ਤਕਰੀਰ ਦੇ ਵਿੱਚ ਇਹਨਾਂ ਗੱਲਾਂ ਤੇ ਜ਼ੋਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਪੰਥਕ ਇਕਜੁੱਟਤਾ ਜਿਹੜੀ ਹੈ, ਇਹ ਸਿਰਫ ਸਿਆਸੀ ਜਿਹੜੀ ਏਕਤਾ ਨਾਲ ਹੀ ਨਹੀਂ ਆ ਜਾਂਦੀ, ਇਸ ਦੇ ਲਈ ਹੋਰ ਵੀ ਬਹੁਤ ਅਹਿਮ ਕੰਮ ਕਰਨ ਦੀ ਜ਼ਰੂਰਤ ਹੈ। ਸੋ ਇਹ ਜਿਹੜੀ ਸਾਰੀ ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ ਸਿੱਖ ਕੌਮ ਨੂੰ, ਸਿੱਖ ਭਾਈਚਾਰੇ ਨੂੰ ਸੱਦਾ ਦਿੱਤਾ ਹੈ, ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਇਸ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ, ਉੱਘੇ ਰਾਜਸੀ ਵਿਸ਼ਲੇਸ਼ਕ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਨੇ ਸਿੱਖ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਿਆ ਤੇ ਉਹਦਾ ਡੂੰਘਾ ਅਧਿਐਨ ਕੀਤਾ ਤੇ ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਸ ਵੇਲੇ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਨਹੀਂ ਹੋਈਆਂ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2011 ਵਿੱਚ ਚੋਣਾਂ ਹੋਈਆਂ, ਉਸ ਤੋਂ ਬਾਅਦ ਲਗਾਤਾਰ ਉਹੀ ਕਮੇਟੀ ਜਿਹੜੀ ਹੈ ਉਹ ਚਲੀ ਆ ਰਹੀ ਹੈ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਨੇ ਸਿੱਖ ਗੁਰਦੁਆਰਾ ਕਮਿਸ਼ਨ ਦੀ ਸਥਾਪਨਾ ਕੀਤੀ ਹੋਈ ਹੈ, ਉਸ ਨੂੰ ਵੀ ਲਗਭਗ 2 ਸਾਲ ਦਾ ਸਮਾਂ ਹੋ ਗਿਆ ਤਾਂ ਅਜੇ ਕਿਸੇ ਵੀ ਕੋਈ ਇਸ ਤਰ੍ਹਾਂ ਦੀ ਹਿਲਜੁਲ ਨਜ਼ਰ ਨਹੀਂ ਆ ਰਹੀ। ਇਸ ਦੇ ਉੱਤੇ ਅਸੀਂ ਉਹਨਾਂ ਦੀ ਰਾਏ ਜਾਣਨੀ ਚਾਹਾਂਗੇ ਕਿ ਉਹ ਇਸ ਸਾਰੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਸਿੱਧੂ ਸਾਹਿਬ, ਤੁਸੀਂ ਇਹ ਸਾਰੀ ਜੋ ਸਥਿਤੀ ਬਣੀ ਹੈਗੀ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਇਸ ਪ੍ਰਸੰਗ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਵੱਲੋਂ ਦਿੱਤੇ ਗਏ ਬਿਆਨ ਦੇ ਤੁਸੀਂ ਕੀ ਅਰਥ ਲੈਂਦੇ ਹੋ? ਦੇਖੋ, ਪਹਿਲੀ ਗੱਲ ਤਾਂ ਜਿਹੜਾ ਇਸ ਦਿਨ ਦਾ ਬਿਆਨ ਹੈ ਤੇ ਇਹਦੇ ਵਿੱਚ ਤਾਂ ਕਾਫੀ ਦਖਲਅੰਦਾਜ਼ੀ ਸ਼੍ਰੋਮਣੀ ਕਮੇਟੀ ਦੀ ਹੁੰਦੀ ਹੈ। ਇੱਕ ਤਰੀਕੇ ਦਾ ਅਸੀਂ ਇਹ ਕਹਿ ਦਈਏ ਵੀ ਜਿਵੇਂ ਗਵਰਨਰ ਜਿਹੜਾ ਭਾਸ਼ਣ ਦਿੰਦਾ ਅਸੈਂਬਲੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਤੇ ਉੱਥੇ ਪਾਰਲੀਮੈਂਟ ਵਿੱਚ ਪ੍ਰੈਜ਼ੀਡੈਂਟ ਦਿੰਦਾ, ਤੇ ਉਹ ਆਲਮੋਸਟ ਗਵਰਨਮੈਂਟ ਦਾ ਹੀ ਹੁੰਦਾ ਉਸ ਮੌਕੇ ਦੀ, ਜਿਨ੍ਹਾਂ ਦੀ ਗਵਰਨਮੈਂਟ ਹੁੰਦੀ ਹੈ ਤੇ ਉਹ ਉਹਨਾਂ ਦਾ ਹੀ ਹੁੰਦਾ। ਤੇ ਐਵੇਂ ਹੀ ਇਹ ਹੈ ਵੀ ਇਹ ਸ਼੍ਰੋਮਣੀ ਕਮੇਟੀ ਦਾ ਹੀ ਭਾਸ਼ਣ ਜ਼ਿਆਦਾ ਇਹਨੇ ਦਿੱਤਾ ਹੈਗਾ। ਜਿਹੜਾ ਵੀ ਅੱਗੇ ਵੀ ਇਹਨਾਂ ਦਾ ਸ਼੍ਰੋਮਣੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਇਹੀ ਗੱਲਾਂ ਕਰੀ ਜਾਂਦਾ ਵੀ ਪੰਥ ਨੂੰ ਏਕਤਾ ਸਿਰਫ ਪੰਥ ਦੀ ਏਕਤਾ SGPC ਤੋੜਨ ਦੀਆਂ ਸਰਕਾਰ ਸਾਜ਼ਿਸ਼ਾਂ ਕਰ ਰਹੀ ਹੈ। ਇਹ ਇਹਨਾਂ ਦਾ ਪੂਰਾ ਚੱਲਦਾ ਥੀਮ ਹੈ, ਕਾਫੀ ਮਹੀਨਿਆਂ ਤੋਂ ਚਲਾ ਰਹੇ ਆ। ਖਾਸ ਕਰਕੇ ਜਦੋਂ ਦੀ ਫਿਰ ਇਹ ਸੁਪਰੀਮ ਕੋਰਟ ਦਾ ਫੈਸਲਾ ਆਇਆ, ਜਿਨ੍ਹਾਂ ਨੇ ਵੈਲਿਡਿਟੀ ਉਹਦੀ ਬਰਕਰਾਰ ਰੱਖਤੀ ਹਰਿਆਣਾ ਸ਼੍ਰੋਮਣੀ ਕਮੇਟੀ ਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੇ ਤੋਂ ਇਹ ਬੜੇ ਬੁਖਲਾਏ ਆ। ਇਹ ਵੈਸੇ ਹੀ ਬੁਖਲਾਏ ਤਾਂ ਇਸ ਗੱਲ ਤੇ ਰਹਿੰਦੇ ਆ ਇਹਨਾਂ ਤੋਂ, ਨਾ ਤਾਂ ਇਹ ਕਮੇਟੀ ਰੱਖੀ ਗਈ ਉਸ ਤਰੀਕੇ ਦੀ, ਇਹਦੀ ਟੁੱਟ ਭੱਜ ਤਾਂ ਪਹਿਲਾਂ ਤੋਂ ਹੋਈ ਆ, ਪਹਿਲਾਂ ਵੀ ਬਹੁਤ ਹਿੱਸੇ ਹੋਏ ਆ। ਤੇ ਹੁਣ ਇਹਨਾਂ ਨੂੰ ਪਤਾ ਸੀ ਵੀ ਕਿਸ ਦਿਨ ਦੀ ਇਹ ਕਾਂਗਰਸ ਨੇ ਕਰ ਲਈ ਸਾਜ਼ਿਸ਼, ਕਾਂਗਰਸ ਨਾ ਹੁੰਦਾ BJP ਵੀ ਕਰ ਰਹੀ ਹੈ। ਜੇ ਕਾਂਗਰਸ ਦੀ ਹਰਿਆਣਾ ਨੇ ਕਮੇਟੀ ਬਣਾਤੀ ਸੀਗੀ, ਹੂਡਾ ਨੇ, ਭੁਪਿੰਦਰ ਸਿੰਘ ਹੂਡਾ ਚੀਫ ਮਿਨਿਸਟਰ ਵੇਲੇ, ਉਹਨੇ ਵੱਖਰਾ ਐਕਟ ਬਣਾਤਾ ਸੀਗਾ ਸਾਰਾ ਹਰਿਆਣੇ ਦਾ, ਤਾਂ ਉਸੇ ਐਕਟ ਦੀ ਵੈਲਿਡਿਟੀ ਹੁਣ ਆਪਣੀ ਇਸ ਨੇ BJP ਦੀ ਸਰਕਾਰ ਨੇ ਕਰ ਦਿੱਤੀ ਹੈ। ਉਹ ਕੋਰਟ 'ਚ ਵੀ ਲੈ ਕੇ ਗਏ ਆ, ਸੁਪਰੀਮ ਕੋਰਟ 'ਚ। ਤੇ ਇਸ ਕਰਕੇ ਦੋਨੋਂ ਸਰਕਾਰਾਂ ਬਰਾਬਰੀ ਕਰ ਰਹੀਆਂ। ਇਹ ਨਹੀਂ ਕਹਿ ਸਕਦੇ ਵੀ ਕਦੇ ਕਹਿ ਦਿੰਦੇ ਵੀ ਸਾਨੂੰ ਕਾਂਗਰਸ ਸਾਡੇ ਖਿਲਾਫ ਹੈ। ਕਾਂਗਰਸ ਦੇ ਐਂਟੀ ਕਾਂਗਰਸਿਜ਼ਮ ਤੋਂ ਬਾਦਲ ਨੇ ਬਹੁਤ ਲਾਹਾ ਲਿਆ। ਤਾਂ ਸਾਰੀ ਜਿਹੜੀ ਉਹਦੀ ਪੋਲੀਟਿਕਸ ਹੈ 84 ਤੋਂ ਬਾਅਦ, ਤਾਂ ਐਂਟੀ ਕਾਂਗਰਸ ਕਰਕੇ ਹੀ ਲੋਕਾਂ ਨੂੰ ਭੁਲੇਖੇ 'ਚ ਪਾ ਕੇ ਉਹਨੇ ਸਾਰੀ ਪੋਲੀਟਿਕਸ ਹੈ। ਬੇਸਿਕਲੀ ਗੱਲ ਇਹ ਹੈ ਵੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਹੈਂਡਲਿੰਗ ਹੈ, ਮੈਨੇਜਮੈਂਟ ਹੈ ਸਾਰੀ, ਅਕਾਲੀ ਦਲ ਦੁਆਰਾ ਜਿਹੜਾ ਕਾਬਜ਼ ਰਹਿੰਦਾ ਉਹਦੇ ਤੇ, ਉਹ ਵੀ ਬੜੀ ਮਾੜੀ ਆ, ਸਭ ਨੂੰ ਪਤਾ ਹੈ। ਇਸ ਕਰਕੇ ਇਹਨਾਂ ਨੇ ਤਾਂ ਜਾਣਬੁੱਝ ਕੇ ਰੌਲਾ ਪਾਉਂਦੇ, ਟੁੱਟਣੀ ਤਾਂ ਹੈਗੀ ਇਸ ਕਿਸਮ ਦਾ। ਜਦੋਂ ਇਹਨਾਂ ਨੇ ਤਾਂ ਉਦੋਂ ਵੀ ਰੌਲਾ ਪਾਤਾ ਸੀ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਬਣੀ
ਉਹ ਕਹਿੰਦੇ ਪਾਕਿਸਤਾਨ ਇੱਕ ਵੱਖਰਾ ਦੇਸ਼ ਸੀ, ਤੇ ਉਹ ਬਣਾ ਸਕਦੇ ਸੀ ਉੱਥੇ ਗੁਰਦੁਆਰਿਆਂ ਲਈ। ਤੇ ਉਹਨਾਂ ਨੇ ਨਾਗਰਿਕ ਵੀ ਜਿਹੜੇ ਹੈ ਸਿੱਖ ਨਾਗਰਿਕ ਹੈ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਧਾਨ ਵਗੈਰਾ ਬਣਾਇਆ, ਉਹ ਕੋਈ ਇੰਡੀਅਨ ਤਾਂ ਹੈ ਨਹੀਂ, ਉਹ ਪਾਕਿਸਤਾਨੀ ਸਿਟੀਜ਼ਨ ਹੈ। ਸਰ ਮੇਰਾ ਇੱਕ ਸਵਾਲ ਇਹ ਹੈਗਾ ਕਿ ਜਿਸ ਤਰ੍ਹਾਂ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਸਰਕਾਰੀ ਕੋਸ਼ਿਸ਼ਾਂ ਹੋ ਰਹੀਆਂ, ਤੇ ਸਰਕਾਰ ਨੂੰ ਕੀ ਇਸ ਤਰ੍ਹਾਂ ਦਾ ਲਾਹਾ ਮਿਲੇਗਾ ਜੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਦੀ ਹੈ ਜਾਂ ਉਹਨੂੰ ਤੋੜਦੀ ਹੈ? ਉਹ ਤਾਂ ਸਿਰਫ ਹਰਿਆਣੇ ਵਾਲੀ ਗੱਲ ਕਰਕੇ ਹੀ ਕਹਿ ਰਹੇ ਹੈ। ਮਿਲਣਾ ਕਿਸੇ ਵੀ ਹਰਿਆਣੇ ਵਿੱਚ ਸੈਂਟਰ ਦੀ ਸਰਕਾਰ, ਸੈਂਟਰ ਤੇ ਬੀਜੇਪੀ ਦੀਆਂ ਦੋਨੋਂ ਥਾਂ ਸਰਕਾਰਾਂ ਉਹਨਾਂ ਦੀਆਂ, ਤੇ ਉਹ ਜਿਹੜਾ ਉਸ ਕਿਸਮ ਦੀ ਇਹਨਾਂ ਦੀ ਬਾਹ ਨਹੀਂ ਹੋਮ ਮਿਨਿਸਟਰੀ ਨੇ ਫੜੀ। ਚਲੋ ਭਾਵੇਂ ਇਹਨਾਂ ਨੇ ਰਿਵਿਊ ਪਟੀਸ਼ਨ ਪਾਤੀ ਹੈ, ਸਾਰਾ ਕੁਝ ਕਰਤਾ, ਪਰ ਇਹਨਾਂ ਨੂੰ ਕੋਲ ਨਾ ਅਮੀਰ ਜੇ ਹੋਏ ਬੈਠੇ ਆ ਤੇ ਉਸ ਨੂੰ ਬਚਾਉਣਾ ਚਾਹੁੰਦੇ ਆ। ਬਚ ਉਹਨਾਂ ਨੇ ਸਕਣੀ ਨਹੀਂ। ਹਰਿਆਣੇ ਦੀ ਕਮੇਟੀ ਦੀ ਵੈਲਿਡਿਟੀ ਹੋ ਗਈ ਹੈ, ਸੁਪਰੀਮ ਕੋਰਟ ਦੇ ਡਬਲ ਬੈਂਚ ਦਾ ਫੈਸਲਾ, ਤੇ ਉਹ ਰਹੇਗਾ ਹੀ ਫੈਸਲਾ, ਪਰ ਉਹਦੇ ਜ਼ਿਆਦਾ ਚਾਂਸ ਰਹਿਣ ਦੇ ਹੀ ਆ, ਕੋਈ ਰਿਵਿਊ ਨਹੀਂ ਹੋਣਾ ਕੁਛ। ਤੇ ਬਸ ਇਹ ਸਾਰਾ ਪੋਲਿਟਿਕਸ ਵੀ ਆਪਦੀ ਇਸੇ ਗੱਲ ਕਰਕੇ, ਉਹ ਅਕਾਲੀ ਦਲ ਦੀ ਪੋਲਿਟਿਕਸ ਵੀ ਕਈ ਹੱਦ ਤੱਕ ਕੱਢਣਾ ਚਾਹੁੰਦੇ ਆ। ਜਿੱਥੋਂ ਤੱਕ ਹੁਣ ਸਵਾਲ ਹੈ ਵੀ ਅਕਾਲ ਤਖਤ ਦੇ ਜਥੇਦਾਰ ਨੇ ਉੱਥੇ ਕੀ ਕਿਹਾ, ਦੇਖੋ ਏਕਤਾ ਜਿਹੜੀ ਹੈ ਅਕਾਲ ਤਖਤ ਦੇ ਜਥੇਦਾਰ ਦੀ, ਅਕਾਲ ਤਖਤ ਦੇ ਜਥੇਦਾਰ ਨੂੰ ਕੁਛ ਇੰਡੀਪੈਂਡੈਂਟ ਹੋਣਾ ਚਾਹੀਦਾ। ਤੇ ਸਾਰਾ ਕੁਝ ਜੋ ਅਕਾਲੀ ਦਲ ਦੀ ਲੋੜ ਹੈ, ਜੋ ਅਕਾਲੀ ਦਲ ਦੇ ਰਾਹੀਂ ਸ਼੍ਰੋਮਣੀ ਕਮੇਟੀ ਦੀ ਜ਼ਰੂਰਤ ਹੈ, ਉਹਦੇ ਰਾਹੀਂ ਇਹਦੇ ਕੋਲੇ ਪਹੁੰਚ ਰਿਹਾ ਅਕਾਲ ਤਖਤ ਦੇ ਜਥੇਦਾਰ, ਉਸੇ ਦਾ ਧਰਾਓ ਕਰੀ ਜਾਣਾ, ਉਸੇ ਨੂੰ ਕਹੀ ਜਾਣਾ। ਕੋਈ ਮੈਸੇਜ ਨਹੀਂ ਹੈ ਇਸ ਸ਼ੁਭ ਦਿਹਾੜੇ ਤੇ, ਦੀਵਾਲੀ ਵਾਲੇ ਤੇ ਉਹਨੂੰ ਕੋਈ ਸਹੀ ਮੈਸੇਜ ਦੇਣਾ ਚਾਹੀਦਾ, ਕਿਉਂਕਿ ਜਿਹੜੀਆਂ ਬੇਸਿਕ ਇਸ਼ੂ ਇਹ ਤੋਂ ਬਿਨਾਂ ਦੂਜੇ ਇਸ਼ੂ ਤੇ ਜਿਹੜਾ ਬੋਲਿਆ ਉਹ ਰੀਅਲੀ ਇੱਕ ਇਸ਼ੂ ਹੈਗੇ ਆ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਸਿੱਖ ਇੱਥੋਂ ਲਗਾਤਾਰ ਸਿੱਖਾਂ ਦੀ ਪਾਪੂਲੇਸ਼ਨ ਪੰਜਾਬ 'ਚੋਂ ਘਟਦੀ ਜਾ ਰਹੀ ਹੈ। ਪੰਜਾਬ 'ਚੋਂ ਸਿੱਖਾਂ ਦੀ ਪਾਪੂਲੇਸ਼ਨ ਕਾਫੀ ਘਟਦੀ ਜਾ ਰਹੀ ਹੈ ਕਿ 5 ਲੱਖ ਬੰਦਾ ਹਰ ਸਾਲ ਬਾਹਰ ਜਾਣ ਲਈ ਨੌਜਵਾਨ ਅਪਲਾਈ ਕਰਦਾ ਐਲਟਸ ਕਰ ਕੇ, ਤੇ ਉਹਦੇ ਵਿੱਚੋਂ 1.5-2 ਲੱਖ ਚਲਾ ਜਾਂਦਾ ਹਰ ਸਾਲ। ਇਹ ਬਹੁਤ ਵੱਡੀ ਗਿਣਤੀ ਹੈ ਤੇ ਕਈ ਸਾਲ ਦਾ ਲਗਾਤਾਰ 10 ਸਾਲ ਦਾ ਵਰਤਾਰਾ ਚੱਲ ਰਿਹਾ। ਤੇ ਸਿਰਫ ਇੱਥੇ ਪਾਪੂਲੇਸ਼ਨ ਦਾ ਡੈਮੋਗ੍ਰਾਫਿਕ ਤਵਾਜ਼ਨ ਵੀ ਬਦਲੇਗਾ, ਪਾਪੂਲੇਸ਼ਨ ਦੀ ਸਾਰਾ ਕੰਪੋਜੀਸ਼ਨ, ਸਾਰੀ ਉਹਦੀ ਬਣਤਰ ਵੀ ਬਦਲੇਗੀ, ਕਿਉਂਕਿ ਹੁਣ ਤਾਂ ਜਿਹਦੇ ਕੋਲੇ ਪੈਸੇ ਹੈ, ਜਿਹੜੀ ਕਿਸਾਨੀ ਵਾਲੀ ਜਮਾਤ ਹੈ ਬਹੁਤੀ, ਉਹਨਾਂ ਕੋਲੇ ਪੈਸੇ ਹੈਗੇ, ਉਹ ਜ਼ਮੀਨ ਜੂਨ ਵੇਚ ਸਕਦੇ ਆ, ਥੋੜੀ ਜ਼ਮੀਨ ਵਾਲਾ ਵੀ ਵੇਚ ਸਕਦਾ, ਆਪਦਾ ਪੈਸੇ ਮੋਬਿਲਾਈਜ਼ ਕਰ ਲੈਂਦੇ ਆ, ਉਹੀ ਭੇਜ ਸਕਦੇ ਆ ਬੱਚਿਆਂ ਨੂੰ। ਦੂਜਾ ਜਿਹੜਾ ਦਲਿਤ ਹੈ ਉਹ ਤਾਂ ਭੇਜ ਹੀ ਨਹੀਂ ਸਕਦਾ, ਜਾਂ ਹੋਰ ਗਰੀਬ ਹੈ। ਜਦੋਂ ਪੰਜਾਬੀ ਸੂਬਾ ਦਾ ਮੋਰਚਾ ਲੱਗਿਆ ਸੀ, ਉਦੋਂ ਤਾਂ ਜਿਹੜਾ ਸਿੱਖ ਭਾਈਚਾਰਾ ਸੀ ਜਾਂ ਅਕਾਲੀ ਦਲ ਸੀ, ਉਸਨੇ ਇਹ ਸਮਝ ਕੇ ਲਾਇਆ ਸੀ ਕਿ ਸਾਨੂੰ ਜਿਹੜਾ ਸਿੱਖਾਂ ਦੀ ਬਹੁ ਗਿਣਤੀ ਵਾਲਾ ਇਲਾਕਾ ਮਿਲ ਜਾਏਗਾ। ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਜਾਂ ਤੁਸੀਂ ਕਿਹਾ ਹੈਗਾ, ਆਬਾਦੀ ਘਟ ਰਹੀ ਹੈ, ਅਕਾਲ ਤਖਤ ਦੇ ਜਥੇਦਾਰ ਨੇ ਵੀ ਕਿਹਾ ਹੈ, ਤੇ ਲੋਕ ਜਿਹੜੇ ਨੌਜਵਾਨ ਪੀੜ੍ਹੀ ਹੈ ਜਿਹਨੇ ਅੱਗੇ ਪੰਜਾਬ ਦਾ ਇਹ ਭਵਿੱਖ ਬਣਨਾ, ਉਹ ਬਾਹਰ ਜਾ ਰਹੀ ਹੈ। ਤੇ ਇਸ ਸਥਿਤੀ 'ਚ ਇਹ ਵੀ ਹੋ ਸਕਦਾ ਹੈ ਕਿ ਕਿਸੇ ਪੜਾਅ ਤੇ ਆਣ ਕੇ ਸਿੱਖ ਜਿਹੜੇ ਇੱਥੇ ਘੱਟ ਗਿਣਤੀ 'ਚ ਰਹਿ ਜਾਣ। ਦੇਖੋ, ਪਹਿਲੀ ਗੱਲ ਤਾਂ ਇਹ ਵੀ ਇਹ ਬੜੀ ਬਦਕਿਸਮਤੀ ਆ ਸਿੱਖਾਂ ਦੀ। ਸਿੱਖ ਇੱਕ ਤੀਜੀ ਧਿਰ ਦੇ ਲੈਵਲ ਤੇ ਇੰਡੀਪੈਂਡੈਂਸ ਸਟਰਗਲ ਦੇ ਵਿੱਚ ਸ਼ਾਮਲ ਸੀਗੇ। ਉਹਨਾਂ ਨੂੰ ਰਾਉਂਡ ਟੇਬਲ ਕਾਨਫਰੰਸ 'ਚ ਵੀ 1930-31 ਵਾਲੀਆਂ 'ਚ ਬੁਲਾਇਆ ਗਿਆ, ਸਾਰਾ ਕੁਝ ਹੋਇਆ, ਤੇ ਮਾਸਟਰ ਤਾਰਾ ਸਿੰਘ ਵੀ ਗਿਆ। ਤੇ ਉਹ ਇੱਕ ਤੀਜੀ ਧਿਰ ਦੇ ਲੈਵਲ ਤੇ ਛੋਟੀ ਧਿਰ ਸੀ ਭਾਵੇਂ, ਪਰ ਫਿਰ ਵੀ ਇਹਨਾਂ ਨੇ ਜਦੋਂ ਮਤਲਬ ਕਿ ਵੀ ਦੇਸ਼ ਵੰਡਿਆ, ਦੇਸ਼ ਦੀ ਆਜ਼ਾਦੀ ਮਿਲੀ, ਇਹਨਾਂ ਨੂੰ ਕੁਝ ਨਹੀਂ ਮਿਲਿਆ। ਉਹ ਫਿਰ ਜਿਹੜੀ ਆਹ ਤਾਂ ਡੈਸਪੇਰੇਟ ਅਟੈਂਪਟ ਸੀਗੀ, ਸਾਰੀ ਡੈਸਪੇਰੇਟ, ਬੜੀ ਬਖਲਾਟ ਵਾਲੀ ਗੱਲ ਸੀ ਜੀ ਪੰਜਾਬੀ ਸੂਬੇ ਵਾਲੀ। ਉਹ ਪੰਜਾਬੀ ਸੂਬੇ ਨੂੰ ਵੀ ਜਿਵੇਂ ਉਹਨਾਂ ਨੇ 47 ਦੇ ਵਿੱਚ ਸਾਰੀ ਗੱਲ ਨੂੰ ਇਹ ਕਾਂਗਰਸ ਦੇ ਨਾਲ ਜੁੜੇ ਰਹੇ, ਕਾਂਗਰਸ ਦੇ ਵਿੱਚ ਕੋਈ ਚੀਜ਼ ਲਿਖਤੀ ਰੂਪ 'ਚ ਨਹੀਂ ਲਈ, ਸਭ ਕੁਝ ਮਤਲਬ ਕਿ ਅਨਲਿਖਤ ਸੀਗਾ, ਲਿਖਿਆ ਕੁਝ ਵੀ ਨਹੀਂ ਸੀਗਾ। ਕਦੇ ਵੀ ਨਹੀਂ ਹੋਇਆ ਵੀ ਤੁਸੀਂ ਕਿਸੇ ਵੀ ਲੈਵਲ ਤੇ ਕਨਸਟੀਟਿਊਸ਼ਨ ਬਣ ਰਿਹਾ, ਕਨਸਟੀਟਿਊਸ਼ਨ ਦੇ ਵਿੱਚ ਕੁਝ ਆਪਣਾ ਤਾਂ ਹੋਵੇ, ਜਿਸ ਅਸੀਂ ਮਿਨੋਰਿਟੀ ਆ, ਸਾਡਾ ਕਲਚਰਲ ਧਾਰਮਿਕ ਅਸੀਂ ਛੋਟੀ ਮਿਨੋਰਿਟੀ ਆ, ਘੱਟ ਗਿਣਤੀ ਆ, ਸਾਡਾ ਇਹਨਾਂ ਦੀ ਰੱਖਿਆ ਤਾਂ ਕੀਤੀ ਜਾਵੇ, ਇਹਨਾਂ ਦੇ ਸੇਫਗਾਰਡ ਤਾਂ ਕੋਈ ਹੋਣ, ਕੁਝ ਨਹੀਂ ਕੀਤਾ 47 'ਚ ਵੀ ਇਹਨਾਂ ਨੇ। ਉਹ ਤਾਂ ਸਭ ਇੱਕ ਇਤਿਹਾਸ ਹੈਗਾ ਸਾਡੇ ਸਾਹਮਣੇ। ਜਿਹੜੀ ਮੌਜੂਦਾ ਸਥਿਤੀ ਹੈ, ਗੱਲ ਤਾਂ ਆਪਾਂ ਉਹਦੀ ਕਰ ਰਹੇ ਹਾਂ ਕਿ ਜੇ ਮੌਜੂਦਾ ਸਥਿਤੀ 'ਚ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਚਿੰਤਾ ਪ੍ਰਗਟ ਕੀਤੀ ਹੈ ਆਬਾਦੀ ਘਟਣ ਬਾਰੇ, ਤੁਸੀਂ ਵੀ ਗੱਲ ਕੀਤੀ ਹੈ, ਉਸ ਦੇ ਵਿੱਚ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ, ਸਮੱਸਿਆਵਾਂ ਕਿਸੇ ਵੀ ਕਮਿਊਨਿਟੀ ਦੀਆਂ, ਕਿਸੇ ਦੇਸ਼ ਦੀਆਂ ਇੱਕ ਦਿਨ ਸਟਾਰਟ ਨਹੀਂ ਹੁੰਦੀ, ਉਹਨਾਂ ਦੇ ਪਿੱਛੇ 50-50, 100-100 ਸਾਲ ਦਾ ਇਤਿਹਾਸ ਪਿਆ ਹੁੰਦਾ। ਉਹ ਸਾਰਾ ਜਿਵੇਂ ਸਾਡੇ ਪੰਜਾਬ ਵੀ ਵੰਡਿਆ ਗਿਆ, ਪੰਜਾਬ ਦੇ ਵਿੱਚੋਂ ਸਾਰਾ ਕੁਝ ਹਿੱਲ ਵੀ ਗਿਆ, ਨੁਕਸਾਨ ਵੀ ਹੋ ਗਿਆ, ਸਾਰਾ ਕੁਝ ਇਹ ਸਭ ਨੂੰ ਪਤਾ।
ਪਰ ਜਿਹੜੀ ਸਿੱਖਾਂ ਦੀ ਪਿੱਛੋਂ ਪੰਜਾਬੀ ਸੂਬੇ ਨੂੰ ਵੀ ਲੰਗੜਾ ਪੰਜਾਬੀ ਸੂਬਾ ਬਣਾ ਕੇ ਦਿੱਤਾ, ਫਿਰ ਉਹਦੇ ਨੂੰ ਪੂਰਾ ਪੰਜਾਬ ਪੂਰਾ ਨਹੀਂ ਹੈ। ਪੰਜਾਬ ਨੂੰ ਜੇ ਕਹੀਏ ਸਟੇਟ ਪੂਰੀ ਨਹੀਂ ਹੁਣ, ਕਿਉਂਕਿ ਉਹਦੇ 'ਚ 78, 79, 80 ਜਿਹੜੀਆਂ 3 ਧਰਾਵਾਂ ਪਾਤੀਆਂ, ਉਹਦੇ ਵਿੱਚ ਜਿਹੜੇ ਆਰਟੀਕਲ 3 ਪਾਏ ਆ, ਉਹਦੇ ਰਾਹੀਂ ਸੈਂਟਰ ਕੋਲੇ ਬਹੁਤ ਅਧਿਕਾਰ ਚਲੇ ਗਏ। ਇਹ ਤਾਂ ਫੁੱਲ ਫਲੈਜਡ ਸੂਬਾ ਵੀ ਹੈ ਨਹੀਂ। ਇਹ ਸਾਰਾ ਕੁਝ ਪਿਛਲੇ 47 ਤੋਂ ਲੈ ਕੇ ਹੁਣ ਤੱਕ ਦਾ ਜੁੜਿਆ ਹੋਇਆ। ਇਹਨਾਂ ਦੀ ਲੀਡਰਸ਼ਿਪ ਬਹੁਤ ਮਾੜੀ ਰਹੀ ਹੈ ਅਕਾਲੀ ਦਲ ਦੀ, ਔਰ ਬਿਲਕੁਲ ਹੀ ਕਿਸੇ ਲੈਵਲ ਤੇ ਸੋਚਿਆ ਹੀ ਨਹੀਂ ਵੀ ਅਸੀਂ ਘੱਟ ਗਿਣਤੀ ਆ, ਇੰਨੀ ਘੱਟ ਗਿਣਤੀ। ਇਹਨਾਂ ਦੇ ਸਾਹਮਣੇ ਮੁਸਲਮਾਨ ਘੱਟ ਗਿਣਤੀ ਸੀ ਇੱਥੇ, ਉਹ ਰੌਲਾ ਪਾਈ ਗਏ, ਉਹ 2 ਨੇਸ਼ਨ ਥਿਊਰੀ ਖੜੀ ਕਰਤੀ ਉਹਨਾਂ ਨੇ ਪਾਰਟੀਸ਼ਨ ਵੀ ਕਰਵਾਤੀ ਪੰਜਾਬ ਦੀ ਤੇ ਉਧਰ ਬੰਗਾਲ ਦੀ। ਉਹ ਸਾਰਾ ਕੁਝ ਉਹਨਾਂ ਦੇ ਸਭ ਹੈ ਹੀ ਹੈ। ਇਹ ਤਾਂ ਸਾਰਾ ਕੁਝ ਹੈਗਾ। ਗੱਲ ਤਾਂ ਹੁਣ ਇਸ ਵੇਲੇ ਜਿਹੜੀ ਹੈ, ਕਿਉਂਕਿ ਇਹ ਸਾਰੀਆਂ ਪਰਿਸਥਿਤੀਆਂ ਜਿਹੜੀਆਂ ਇਹ ਤਾਂ ਸਾਡੇ ਪਿਛੋਕੜ 'ਚ ਹੈਗੀਆਂ, ਉਹ ਸਾਡੇ ਨਾਲ ਹੀ ਰਹਿਣਾ, ਸਾਡੀ ਲੈਗੇਸੀ, ਸਾਡਾ ਵਿਰਸਾ, ਉਹਦੋਂ ਅਸੀਂ ਮੂੰਹ ਨਹੀਂ ਮੋੜ ਸਕਦੇ। ਪਰ ਜਿਹੜੀ ਸਥਿਤੀ ਹੁਣ ਬਣ ਰਹੀ ਹੈ, ਇਹ ਹੁਣ ਹਾਰੀ ਹੋਈ ਲੜਾਈ ਲੜ ਰਹੇ ਆ, ਹਰ ਲੈਵਲ ਤੇ ਹਰ ਸਟੈਪ ਤੇ ਲੜੀ। ਉਦੋਂ ਦੀ ਸ਼ੁਰੂ ਕੀਤੀ 83 ਵਿੱਚ, ਫਿਰ ਇਹਨਾਂ ਨੇ ਫਿਰ ਇੱਕ ਹੰਬਲਾ ਜਾ ਮਾਰਿਆ, ਉਹ ਵੀ ਗਲਤ ਤਰੀਕੇ ਨਾਲ ਮਾਰਿਆ। ਉਹਦੇ ਵਿੱਚ ਬਲਵੀਰ ਦਰਬਾਰ ਸਾਹਿਬ ਕਰ ਚੁੱਕੇ। ਪਹਿਲੀ ਗੱਲ ਤਾਂ ਪੰਜਾਬੀ ਸੂਬਾ ਵੀ ਗਲਤ, 84 ਵੀ ਗਲਤ, ਹੁਣ ਸਾਰਾ ਕੁਝ ਨਾ ਅਕਾਲ ਤਖਤ ਹੁਣ ਇਹ ਵੀ ਗੱਲ ਆ ਰਹੀ ਸੀ ਸਾਹਿਬ ਕਿ ਅੰਮ੍ਰਿਤਪਾਲ ਜਿਹੜਾ ਪਿਛਲੇ ਕਾਫੀ ਦਿਨਾਂ ਤੋਂ ਇੱਥੇ ਸਰਗਰਮ ਹੈ, ਜਿਹੜਾ ਖਾਲਿਸਤਾਨ ਦੀ ਗੱਲ ਕਰ ਰਿਹਾ, ਉਹਨੇ ਵੀ 30 ਤਰੀਕ ਨੂੰ ਅਕਾਲ ਤਖਤ ਤੇ ਇਕੱਠ ਬੁਲਾ ਲਿਆ। ਦੇਖੋ ਜੀ, ਸਾਰਾ ਕੁਝ ਜਿਹੜਾ ਅੰਮ੍ਰਿਤਪਾਲ ਹੈ, ਜਾਂ 86 ਦੇ ਵਿੱਚ ਜਦੋਂ ਕਿਸੇ ਨੂੰ ਕੋਈ ਮੈਂਡੇਟ ਨਹੀਂ ਸੀ ਵੀ ਖਾਲਿਸਤਾਨ ਤੁਸੀਂ ਅਨਾਉਂਸ ਕਰੋ, ਉਹ ਖਾਲਿਸਤਾਨ ਦੀ ਜਿਹੜੀ ਪੰਥਕ 5 ਮੈਂਬਰੀ ਕਮੇਟੀ ਬਣੀ ਸੀ, ਉਹਦੇ ਕੋਲੇ ਮੈਂਡੇਟ ਸਿਰਫ ਇਹ ਸੀਗਾ ਵੀ ਉਹ ਸਾਰੇ ਇਕੱਠੇ ਹੋ ਕੇ ਪੰਥ ਦੀ ਦਿਸ਼ਾ ਕੀ ਦੇਣੀ ਹੈ, ਜਿਹੜੀ 26 ਜਨਵਰੀ 1986 ਦਾ ਸਰਬੱਤ ਖਾਲਸਾ ਸੀ, ਤੇ ਉਹਨਾਂ ਨੇ ਜਾ ਕੇ ਖਾਲਿਸਤਾਨ ਅਨਾਉਂਸ ਕਰਤਾ। ਤੇ ਇਸ ਕਰਕੇ ਸਾਰਾ ਕੁਝ ਜਦੋਂ ਕਿਵੇਂ ਕਰਵਾਇਆ, ਕਿਹਨੇ ਕਰਵਾਇਆ, ਹਜੇ ਤੱਕ ਇਹ ਸ਼ੱਕੀ ਸਾਰਾ ਕੁਝ ਚੱਲ ਰਿਹਾ। ਕਿਉਂ ਕੀਤਾ ਗਿਆ, ਇਹ ਵੀ ਚਲੋ ਸਵਾਲ ਹੈ ਵੀ ਕਿਉਂ ਕੀਤਾ ਗਿਆ ਸਾਰਾ ਕੁਝ, ਜਦੋਂ ਕਿ ਤੁਸੀਂ ਬਿਲਕੁਲ ਕਾਫੀ ਵੱਡੀ ਮੂਵਮੈਂਟ ਖੜੀ ਹੋ ਗਈ, ਤੁਸੀਂ ਬਗੈਰ ਕਿਸੇ ਸ਼ਾਂਤੀ ਲੈਵਲ ਉੱਤੇ ਅਕਾਲ ਤਖਤ ਜਿਹੜਾ ਸਰਕਾਰ ਨੇ, ਦਿੱਲੀ ਵਾਲਿਆਂ ਨੇ ਬਣਾ ਕੇ ਭੇਜਿਆ, ਉਹਨੂੰ ਉਸੇ ਢਏ ਹੋਏ ਨੂੰ ਮੁਰੰਮਤ ਕਰਕੇ ਦਿੱਤਾ ਸੀ, ਸਿੱਖਾਂ ਨੂੰ ਸੌਂਪਤਾ ਸੀ, ਉਹਨੂੰ ਵੀ ਤੁਸੀਂ ਢਾਹ ਕੇ ਆਪਣਾ ਤਿਆਰ ਕਰਨ ਦੀ ਸਾਰੀ ਸਮਰੱਥਾ ਤੁਹਾਡੀ ਪੀਸਫੁਲ ਤਰੀਕੇ ਨਾਲ ਹੋਈ, ਸ਼ਾਂਤੀ ਨਾਲ ਹੋਈ। ਪਰ ਉਦੋਂ ਪਿੱਛੋਂ ਖਾਲਿਸਤਾਨ ਆ ਗਿਆ, ਤੇ ਹੁਣ ਅੰਮ੍ਰਿਤਪਾਲ ਹੈ ਜਿਹੜਾ, ਇਹ ਵੀ ਇਸੇ ਤਰੀਕੇ ਨਾਲ। ਉਹ ਉਦੋਂ ਪਿੱਛੋਂ ਜਿਹੜੀ ਪੋਲੀਟਿਕਸ ਇਹਨਾਂ ਦੀ ਵਿਗੜੀ, ਉਹਦੇ ਵਿੱਚੋਂ ਹਰ ਸਾਲ ਆਹ ਜਿਹੜੀਆਂ ਹੁਣ ਅੰਮ੍ਰਿਤਪਾਲ ਨੇ ਗਰਮ ਗੱਲਾਂ ਕਰਦਾ, ਚਿੱਤਰ ਫੇਰਾਂਗੇ, ਇਸ ਕਿਸਮ ਦੀ, ਇਹ ਕੋਈ ਪੋਲੀਟਿਕਸ ਨਹੀਂ ਹੈ। ਇਹ ਫੇਰ ਮੁੜ ਕੇ ਹਿੰਸਾ ਵੱਲ, ਜਿਹਦੇ ਚੋਂ ਪੰਜਾਬ ਵਿੱਚ ਬਹੁਤ ਹਿੰਸਾ ਹੋਈ, ਉੱਧਰ ਨੂੰ ਫੇਰ ਖਿੱਚੀ ਤੁਰੇ ਜਾ ਰਹੇ ਆ। ਕਿਉਂ ਜਾ ਰਹੇ ਆ? ਕੋਈ ਤੁਹਾਡੇ ਕੋਲ ਜਥੇਬੰਦੀ ਨਹੀਂ ਹੈ, ਕੋਈ ਤੁਹਾਡੇ ਕੋਲ ਪੋਲੀਟੀਕਲ ਪ੍ਰੋਗਰਾਮ ਨਹੀਂ। ਖਾਲਿਸਤਾਨ ਕੀ ਹੈ, ਕਿਸ ਕਿਸਮ ਦੀ ਗਵਰਨਮੈਂਟ ਹੋਊ, ਕਿਸ ਕਿਸਮ ਦੀ ਸਰਕਾਰ ਉਹ ਡੈਮੋਕ੍ਰੈਟਿਕ ਹੋਊਗੀ, ਉਹਦੇ ਚ ਇਲੈਕਸ਼ਨ ਸਿਸਟਮ ਹੋਏਗਾ, ਔਰਤਾਂ ਨੂੰ ਵੋਟਾਂ ਦਾ ਅਧਿਕਾਰ ਹੋਵੇਗਾ, ਨਹੀਂ ਹੋਵੇਗਾ, ਕਿਸ ਕਿਸਮ ਦੀਆਂ ਸਾਰੀਆਂ ਗੱਲਾਂ ਹੋਣਗੀਆਂ, ਤੇ ਜਾਂ ਦਲਤਾਂ ਦੀ ਕੀ ਸਿਚੁਏਸ਼ਨ ਹੋਊਗੀ, ਇਹ ਸਾਰੀਆਂ ਗੱਲਾਂ ਵਿੱਚ ਪਈਆਂ। ਔਰ ਜ਼ਮੀਨੀ ਸੁਧਾਰ ਕੀ ਹੋਣਗੇ ਜਾਂ ਨਹੀਂ ਹੋਣਗੇ, ਕਾਰਪੋਰੇਟ ਨੂੰ ਤੁਸੀਂ ਆਉਣ ਦਿਓਗੇ, ਨਹੀਂ ਆਉਣ ਦਿਓਗੇ, ਇੱਥੇ ਕਿਸ ਤਰ੍ਹਾਂ ਦਾ ਸਾਰਾ ਬੰਦੋਬਸਤ ਤੁਸੀਂ ਕਰੋਗੇ, ਕਿਹੜੇ ਕਿਸਮ ਦਾ ਸਿਸਟਮ, ਕੋਈ ਗੱਲਬਾਤ ਨਹੀਂ। ਖਾਲਿਸਤਾਨ ਇਹੀ ਗੱਲ ਜਨਾਹ ਕਹਿੰਦਾ ਹੁੰਦਾ ਸੀ। ਜਨਾਹ ਨੂੰ ਜਦੋਂ ਪੁੱਛਿਆ ਜਾਂਦਾ ਸੀ, ਜਦੋਂ ਜਨਾਹ ਨੂੰ ਉਸ ਵੇਲੇ ਪਾਕਿਸਤਾਨ ਦਾ ਬਣਨ ਦੇ ਕਗਾਰ ਤੇ ਆ ਗਿਆ ਸੀ, ਉਦੋਂ ਉਹਨੂੰ ਬਹੁਤ ਲੋਕਾਂ ਨੇ ਸਾਰਾ ਕੁਝ ਡਾਕੂਮੈਂਟਡ ਹੈ। ਲੋਕ ਪੁੱਛਦੇ ਹੁੰਦੇ ਸੀ, ਉਹਦੇ ਮੁਸਲਮਾਨ ਹੀ ਉਹਨੂੰ ਪੁੱਛਦੇ ਹੁੰਦੇ ਸੀ ਵੱਡੇ ਵੀ ਆਪਾਂ ਕਿਸ ਕਿਸਮ ਦੀ ਗਵਰਨਮੈਂਟ ਲੈ ਕੇ ਆਵਾਂਗੇ। ਉਹ ਗੱਲ ਪੈ ਜਾਂਦਾ ਹੁੰਦਾ ਸੀ ਲੋਕਾਂ ਦੇ ਵੀ ਪਹਿਲਾਂ ਤਾਂ ਪਾਕਿਸਤਾਨ ਬਣ ਜਾਣ ਦੇ ਬਾਅਦ ਚ ਦੇਖਦੇ ਸਾਰਾ ਕੁਝ। ਬਾਅਦ ਚ ਕੀ ਦੇਖਿਆ, 26 ਸਾਲ ਤੇ ਬਾਅਦ, 26 ਸਾਲਾਂ ਬਾਅਦ ਪਾਕਿਸਤਾਨ ਦਾ ਕਨਸਟੀਟਿਊਸ਼ਨ ਪਹਿਲਾਂ ਬਣਿਆ। 26 ਸਾਲਾਂ ਬਾਅਦ ਕਨਸਟੀਟਿਊਸ਼ਨ ਹੀ ਨਹੀਂ ਬਣ ਸਕਿਆ। ਇੰਡੀਆ ਦਾ ਕਨਸਟੀਟਿਊਸ਼ਨ 49 ਚ ਹੀ ਬਣ ਗਿਆ, 50 ਚ ਉਹਨਾਂ ਨੇ ਲਾਗੂ ਕਰਤਾ, 1950 ਚ। ਇਸ ਕਰਕੇ ਤੁਹਾਡੇ ਕੋਲ ਪਹਿਲਾਂ ਕੋਈ ਪੋਲੀਟੀਕਲ ਪ੍ਰੋਗਰਾਮ ਹੋਵੇ ਤਾਂ ਸਹੀ, ਖਾਲਿਸਤਾਨ ਲੈ ਆਓ, ਕੁਛ ਲੈ ਆਓ, ਪਰ ਕੀ ਹੋਊਗਾ ਸਿਸਟਮ ਤਾਂ ਦੱਸਿਆ। ਕੁਝ ਬੰਦੇ ਬਾਹਰ ਬੈਠੇ ਆ, ਉਹ ਬਾਹਰੋਂ ਬੈਠੇ ਬੰਦੇ ਆਪਦੀ ਪੋਲੀਟਿਕਸ ਚਲਾਈ ਜਾਂਦੇ ਰਹਿੰਦੇ ਆ। ਇੱਥੇ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਸਫਾਰੀ ਵਾਂਗੂ ਪੈਸੇ ਦੇਵਾਂਗੇ, ਜੋ ਮਰਜ਼ੀ ਕਰਵਾ ਲਾਂਗੇ। ਜਾਂ ਇੱਥੇ ਮਰਸਨਰੀ ਆ ਲੋਕ, ਪਹਾੜੇ ਦੇ ਟੱਟੂ ਹੈਗੇ, ਉਹਨਾਂ ਨੂੰ ਥੋੜਾ ਜਿਹਾ ਪੈਸਾ ਚਾਹੀਦਾ, ਡਾਲਰ ਦਿਖਾ ਦਿਓ ਤੇ ਉਹਨਾਂ ਤੋਂ ਕਰਵਾਈ ਜਾਓ ਕੰਮ। ਇਹ ਸਾਰਾ ਕੁਛ ਹੈ ਜਿਹੜਾ ਪੰਜਾਬ ਦਾ ਬਹੁਤ ਬੁਰਾ ਹਾਲ ਹੈ। ਇਸ ਕਰਕੇ ਅਕਾਲ ਤਖਤ ਜਥੇਦਾਰ ਨੂੰ ਜਿਹੜਾ ਦੀਵਾਲੀ ਦੇ ਉੱਤੇ ਸਾਰਾ ਸੰਦੇਸ਼ ਦੇਣਾ ਚਾਹੀਦਾ, ਉਹਦੇ 'ਚ ਬੇਸਿਕ ਗੱਲਾਂ ਦੇਖੇ, ਪੰਥ ਇਕੱਠਾ ਹੋ ਜੇ, ਪੰਥ ਇਕੱਠਾ ਹੋ ਜੇ।
ਬੇਸਿਕ ਗੱਲਾਂ ਦੇਖੇ ਸਾਰਾ ਬੋਲਦੇ ਕਿਉਂ ਨਹੀਂ ਹੁਣ ਉਹ ਜ਼ੋਰ ਨਾਲ ਸਾਰੀ ਗੱਲ ਦੇ ਬਾਰੇ ਵੀ ਭਾਈ ਪੰਜਾਬ 'ਚ ਹਿੰਸਾ ਨਹੀਂ ਹੋਣਾ ਚਾਹੀਦਾ। ਸਾਰੇ ਧਰਮਾਂ ਦੇ ਹੈੱਡ ਜਿਹੜੇ ਹੈਗੇ ਕਿਸੇ ਦੇ ਬਾਰੇ ਸਿੱਖ ਧਰਮ ਨੇ ਬਾਰੇ ਸਿੱਖਾਂ ਵਿੱਚ ਇਹ ਹੈ ਵੀ ਸਿੱਖਾਂ ਨੇ ਕਿਸੇ ਧਰਮ ਦੀ ਸਾਡੇ ਗੁਰੂਆਂ ਨੇ ਨਿਖੇਧੀ ਨਹੀਂ ਕੀਤੀ। ਮੁਸਲਮਾਨ ਨੂੰ ਕਿਹਾ ਵੀ ਤੂੰ ਚੰਗਾ ਮੁਸਲਮਾਨ ਬਣਨਾ ਤਾਂ ਆਹ ਕੰਮ ਕਰ ਮੁਸਲਮਾਨ ਬਣ ਜਾ, ਹਿੰਦੂ ਚੰਗਾ ਬਣਨਾ ਤਾਂ ਆਹ ਸਾਰੇ ਹਿੰਦੂ ਧਰਮ ਦੇ ਵਿੱਚ ਗੱਲਾਂ ਉਹ ਕਰ ਲਾ। ਗੁਰੂਆਂ ਨੇ ਸਾਰਾ ਆਰਸਾ ਦੀ ਵਾਰ ਦੇ ਵਿੱਚ ਸਾਰਾ ਕੁਝ ਹੈ, ਇਹੀ ਹੈ ਸਾਰਾ ਕੁਝ, ਇਹੀ ਕ੍ਰਿਟੀਕ ਹੈ। ਤੇ ਜਿਹੜਾ ਬੰਦਾ ਹੁਣ ਕਹੀ ਜਾਵੇ ਜਿਹੜਾ ਇੱਥੇ ਕਹੀ ਜਾਂਦਾ ਬਿਨਾਂ ਮਤਲਬ ਤੋਂ ਕਿਸੇ ਵੀ ਦੂਜੇ ਧਰਮ ਦੇ ਵੱਡੇ ਪੈਗੰਬਰ ਨੂੰ ਉਹਨਾਂ ਦੀ ਆਸਥਾ ਉਹਨਾਂ ਦਾ ਵਿਸ਼ਵਾਸ ਹੈ ਉਹਨਾਂ ਉੱਤੇ ਸਿੱਧੀ ਉਂਗਲ ਉਠਾਈ ਜਾਵੇ, ਇਹ ਆਪਣੇ ਆਪ 'ਚ ਗਲਤ ਗੱਲ ਹੈ। ਜਥੇਦਾਰ ਨੂੰ ਚਾਹੀਦਾ ਇੱਥੇ ਤੇ ਬੋਲੇ, ਇੱਥੇ ਕੁਝ ਕਹੇ, ਉੱਥੇ ਕੁਝ ਜਥੇਦਾਰ ਕਹਿ ਨਹੀਂ ਰਿਹਾ। ਜਥੇਦਾਰ ਉਹ ਵੀ ਘਸੀਆਂ ਪਿੱਟੀਆਂ ਜਿਹੀਆਂ ਗੱਲਾਂ ਕਰ ਸਕਦਾ, ਉਹ ਵੀ ਕਈ 4-5 ਸਾਲ ਤੋਂ ਉਹ ਚੱਲਿਆ ਤੁਰਿਆ ਆ ਰਿਹਾ ਇਸੇ ਤਰੀਕੇ ਦਾ ਕਾਰਜਕਾਰੀ ਦਾ ਕੀ ਮਤਲਬ ਜਦੋਂ ਇਹ ਤਾਂ ਠੀਕ ਹੈ ਕਾਰਜਕਾਰੀ ਵਾਲੀ ਗੱਲ, ਪਰ ਸਿੱਖ ਭਾਈਚਾਰੇ 'ਚ ਉਹਦੀਆਂ ਕਈਆਂ ਹੋਈਆਂ ਗੱਲਾਂ ਦਾ ਤੁਸੀਂ ਕਿੰਨਾ ਕੁ ਅਸਰ ਮੰਨਦੇ ਹੋ? ਅਜੇ ਵੀ ਕੁਛ ਅਸਰ ਹੈ, ਕਾਫੀ ਹੱਦ ਤੱਕ ਅਸਰ ਹੈ। ਕੋਈ ਬਿਲਕੁਲ ਐ ਨਹੀਂ ਕਹਿੰਦੇ ਵੀ ਅਕਾਲ ਤਖਤ ਦੇ ਜਥੇਦਾਰ ਦਾ ਕੋਈ ਅਸਰ ਨਹੀਂ ਹੈ। ਨਹੀਂ, ਪਰ ਉਹਨਾਂ ਵੱਲੋਂ ਜਿਸ ਤਰ੍ਹਾਂ ਮੀਟਿੰਗ ਪਹਿਲਾਂ ਸੱਦੀ ਗਈ, ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਇੱਕ ਸੱਦੀ ਗਈ, ਉਹ ਸਾਰੇ ਪੋਲੀਟੀਕਲ ਆਗੂਆਂ ਨੂੰ ਹੀ ਉਦੋਂ ਸੱਦਿਆ ਗਿਆ। ਔਰ ਅਸੀਂ ਦੇਖਦੇ ਹਾਂ ਕਿ ਹੁਣ ਵੀ ਜਦੋਂ ਅਕਾਲੀ ਦਲ ਦੇ ਕਈ ਧੜੇ ਆ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸ਼੍ਰੋਮਣੀ ਅਕਾਲੀ ਦਲ ਢੀਂਡਸਾ ਵਾਲਾ ਹੈ, ਬਾਦਲ ਦਲ ਹੈ, ਹੋਰ ਕਈ ਦਲ ਹੈਗੇ ਆ, ਪਰ ਉਹ ਜਦੋਂ ਦੋ ਦਲ ਇਕੱਠੇ ਹੋ ਜਾਂਦੇ ਆ ਉਹ ਕਹਿੰਦੇ ਆ ਕਿ ਪੰਥਕ ਏਕਤਾ ਹੋ ਗਈ। ਜਿਵੇਂ ਹੁਣ ਪਿਛਲੇ ਦਿਨਾਂ 'ਚ ਦਿੱਲੀ 'ਚ ਸਰਨਾ ਤੇ ਸੁਖਬੀਰ ਬਾਦਲ ਨੇ ਮਿਲ ਕੇ ਆਪਸੀ ਏਕਤਾ ਕੀਤੀ ਔਰ ਉਸ ਤੋਂ ਬਾਅਦ ਸਰਨਾ ਨੂੰ ਜਿਹੜਾ ਉੱਥੋਂ ਦਿੱਲੀ ਸਟੇਟ ਦਾ ਪ੍ਰਧਾਨ ਬਣਾਤਾ। ਪਰ ਅਸੀਂ ਦੇਖਦੇ ਹਾਂ ਕਿ ਪਹਿਲਾਂ ਸਰਨਾ ਹੀ ਸਭ ਤੋਂ ਵੱਧ ਜਿਹੜਾ ਬਾਦਲਾਂ ਖਿਲਾਫ ਬੋਲਦਾ ਸੀ। ਤੇ ਇਹਦੇ ਨਾਲ ਕੀ ਇੱਕ ਪੰਥਕ ਏਕਤਾ ਲਈ ਕੋਈ ਰਾਹ ਬਣ ਸਕਦਾ ਹੈ ਕਿ ਇਹ ਸਿਰਫ ਅਕਾਲੀ ਏਕਤਾ ਜਾਂ ਆਗੂਆਂ ਦੀ ਏਕਤਾ ਤੱਕ ਹੀ ਗੱਲ ਸੀਮਤ ਹੈ? ਦੇਖੋ ਇਹ ਆਗੂਆਂ ਦੀ ਏਕਤਾ ਗੱਲ ਹੁੰਦੀ, ਪੰਥਕ ਏਕਤਾ ਕੋਈ ਇਸ ਤਰੀਕੇ ਦੀ ਗੱਲ ਨਹੀਂ ਹੁੰਦੀ। ਜੇ ਤੁਸੀਂ ਸਹੀ ਪੋਲੀਟਿਕਸ ਜਿਹੜਾ ਗਰੁੱਪ ਕਰਦਾ, ਜਿਹਦੀ ਸਹੀ ਪੋਲੀਟਿਕਸ ਹੋਊਗੀ ਉਹ ਅੱਗੇ ਐਡਵਾਂਸ ਕਰ ਜੂਗਾ। ਜਿਹੜੀ ਸਿੱਖ ਸਮਝਣਗੇ ਵੀ ਇਹਦੀ ਸਹੀ ਪੋਲੀਟਿਕਸ ਹੈ, ਇਹ ਸਹੀ ਧਰਮ ਤੇ ਖੜਾ, ਇਹ ਸਹੀ ਇਮਾਨਦਾਰੀ ਤੇ ਖੜਾ, ਉਹਦੇ ਪਿੱਛੇ ਲੋਕ ਆ ਜਾਂਦੇ ਆ। ਬਾਕੀ ਏਕਤਾ ਵਾਲੀ ਗੱਲ ਕੀ ਹੈ, ਤੁਸੀਂ ਠੱਗ ਚੋਰ ਸਾਰਿਆਂ ਨੂੰ ਇੱਕ ਥਾਂ ਇਕੱਠੇ ਕਰ ਲਓ ਤੇ ਉਹਨਾਂ ਨੂੰ ਮਾਫ ਕਰ ਦਿਓ ਜੋ ਕੁਛ ਕੀਤਾ ਸੀਗਾ। ਹੁਣ ਇਹ ਸਾਰੇ ਜਿਹੜੇ ਦਾਗੀ ਬੰਦੇ ਨੂੰ ਲਿਆ ਕੇ ਵਿੱਚ ਬਹਾ ਲੋ ਕਿ ਸਾਡੀ ਏਕਤਾ ਹੋ ਗਈ ਜੀ, ਉਹਨਾਂ ਦਾ ਨਾਂ ਹੈਗਾ ਪੋਲੀਟਿਕਸ 'ਚ ਜਾਂ ਪ੍ਰੈਸ ਰਾਹੀਂ ਉਹ ਆਪਦਾ ਹਜੇ ਤੱਕ ਨਾਂ ਬਣਾਈ ਬੈਠੇ ਆ। ਇਸ ਕਰਕੇ ਪੰਥਕ ਏਕਤਾ ਉਕਤਾ ਕੋਈ ਮੀਨਿੰਗ ਨਹੀਂ। ਸਵਾਲ ਹੈ ਵੀ ਤੁਹਾਡੀ ਸਿਆਸਤ ਹੈ, ਤੁਹਾਡੀ ਪਾਲਿਸੀ ਕੀ ਹੈ, ਤੁਹਾਡੀ ਸਿਆਸੀ ਰਾਜਨੀਤਿਕ ਲਾਈਨ ਕੀ ਹੈ ਜਿਹਦੇ ਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸਿੱਖਾਂ ਲਈ। ਸਹੀ ਦੱਸਾਂ ਕਿਹੜੀ ਸਿਆਸਤ ਵੱਲ ਲਿਜਾਣਾ ਚਾਹੁੰਦੇ ਹੋ, ਕਿਹੜਾ ਧਰਮ ਤੁਸੀਂ ਧਰਮ ਸਿੱਖਾਂ ਦਾ ਸਹੀ ਬਰਕਰਾਰ ਰੱਖਣਾ ਚਾਹੁੰਦੇ ਹੋ। ਮਿਨੋਰਿਟੀ ਨੂੰ ਤਾਂ ਉਹਦਾ ਧਰਮ ਵੀ ਕਾਇਮ ਰੱਖਣਾ ਪੈਂਦਾ, ਉਹਦੇ ਤੇ ਤਾਂ ਬਹੁਤ ਅਟਕੇ। ਦੇਖੋ ਪਹਿਲੀ ਗੱਲ ਤਾਂ ਇਹ ਵੀ RSS ਦਾ ਜਾਂ ਆਰੀਆ ਸਮਾਜ ਦਾ ਬੜੇ 100, 125, 150 ਸਾਲ ਤੋਂ ਚੱਲਦਾ ਵੀ ਸਿੱਖ ਵੱਖਰੇ ਨਹੀਂ ਹੈ, ਸਾਡੇ ਚੋਂ ਹੀ ਹੈ ਤੇ ਇਹ ਸਾਡਾ ਹੀ ਹਿੱਸਾ ਹੈ। ਉਹ ਅਜੇ ਵੀ ਇਸੇ ਲੈਵਲ ਤੇ ਜੇ ਓਪਨ ਨਹੀਂ ਕਰਦੇ ਤਾਂ ਅੰਦਰੋਂ ਅੰਦਰ ਹੀ ਕੰਮ ਇਸੇ ਤੇ ਕਰਦੇ ਆ। ਉਹ ਵੀ ਸਿੱਖ ਧਰਮ ਦੀ ਆਪਦੀ ਜਿਹੜੀ ਹਸਤੀ ਹੈ ਨਿਵੇਕਲੀ ਉਹ ਬਚਾਉਣੀ ਕਿਵੇਂ ਹੈ, ਉਹਦੇ ਲਈ ਜਿਹੜਾ ਅਕਾਲ ਤਖਤ ਤੇ ਪ੍ਰਵਾਨਿਤ 13 ਸਾਲਾਂ ਦੇ ਵਿੱਚ ਸਰਵ ਪ੍ਰਵਾਨਿਤ ਜਿਹੜੀ ਸਿੱਖ ਰਹਿਤ ਮਰਜ਼ਾਦਾ ਪਾਸ ਹੋਈ ਆ ਉਹ ਨਹੀਂ ਤੁਸੀਂ ਲਾਗੂ ਕਰਦੇ। ਗੱਡ ਦੇ ਲੈਵਲ ਤੇ ਕਰਦੇ ਫਿਰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹੀ ਡੇਰੇਵਾਦ ਕਾਬਜ ਹੈ ਜਿਨ੍ਹਾਂ ਦੇ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਜਨਮ ਹੋਇਆ ਸੀ ਜਾਂ ਗੁਰਦੁਆਰਾ ਸੁਧਾਰ ਮੂਵਮੈਂਟ ਚੱਲੀ ਸੀ। ਇਸ ਕਰਕੇ ਸਾਰਾ ਕੁਝ ਇਹਨਾਂ ਨੂੰ ਜਿਹੜੇ ਬੇਸਿਕ ਮਸਲੇ ਆ ਬਹੁਤ ਗੰਭੀਰ ਮਸਲਾ ਹੋਇਆ ਪਿਆ, ਉਹ ਸਾਰੇ ਬੇਸਿਕ ਮਸਲੇ ਟੱਚ ਕਰਨੇ ਪੈਣਗੇ। ਪੰਥਕ ਏਕਤਾ ਕਰ ਲਓ, ਪੰਥਕ ਏਕਤਾ ਕਰ ਲਓ, ਇਹੋ ਜਿਹੀਆਂ ਜਿਹੜੀਆਂ ਪੇਤਲੀਆਂ ਜਿਹੀਆਂ ਗੱਲਾਂ ਉਹ ਚੱਲਣੀਆਂ ਨਹੀਂ ਤੇ ਨਾ ਹੀ ਚੱਲਣਾ ਹੈ ਵੀ ਅਸੀਂ ਉਹ ਇਕੱਠੇ ਹੋ ਜਾਓ ਜੀ ਸਾਰੇ ਲੋਕ ਆ ਜਾਓ ਹੁਣ 30 ਤਰੀਕ ਨੂੰ ਅਕਾਲ ਤਖਤ ਤੇ ਕੀ ਹੋਣ ਲੱਗਿਆ। ਤੁਸੀਂ ਫੇਰ ਮੁੜ ਕੇ ਇਸ ਪਾਸੇ ਲਿਜਾ ਰਹੇ ਹੋ। ਸਿਆਸਤ ਕੀ ਹੈ ਤੁਹਾਡੀ, ਕਰਨਾ ਕੀ ਚਾਹੁੰਦੇ ਹੋ, ਉਹਦੇ ਤੇ ਲੋਕ ਇਕੱਠੇ ਹੋਣਗੇ। ਲੋਕ ਸਿਆਣੇ ਆ ਬਹੁਤ, ਹੁਣ ਲੋਕਾਂ ਨੂੰ ਪਤਾ ਵੀ ਕੀ ਕਰਨਾ ਚਾਹੁੰਦੇ ਆ। ਇਸੇ ਕਰਕੇ ਜਦੋਂ ਇਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲ ਤਖਤ ਨੇ ਕਾਲ ਦਿੱਤੀ ਸੀ, ਕਿਸੇ ਨੇ ਕੋਈ ਅਟੈਂਡ ਨਹੀਂ ਕੀਤਾ, ਕੋਈ ਉਹ ਅੱਗੇ ਨਹੀਂ ਵੱਧ ਸਕਿਆ ਕਿਉਂਕਿ ਅਕਾਲ ਤਖਤ ਰਾਹੀਂ ਅਕਾਲੀ ਦਲ ਦੀ ਪੋਲਿਟਿਕਸ ਖੜਾ ਕਰਨਾ ਚਾਹੁੰਦੇ ਸੀ, ਲੋਕਾਂ ਨੂੰ ਪਤਾ। ਇਸ ਕਰਕੇ ਕਈ ਗੱਲਾਂ ਜਿਹੜੀਆਂ ਸਪਸ਼ਟ ਸਾਹਮਣੇ ਆ ਚੁੱਕੀਆਂ ਤੇ ਲੋਕ ਹੁਣ ਇੰਨੇ ਭੁਲੇਖਿਆਂ 'ਚ ਨਹੀਂ ਪੈਂਦੇ ਜਿਵੇਂ ਪਹਿਲਾਂ ਪੈਂਦੇ। ਇਸ ਕਰਕੇ ਬਾਹਰ ਵਾਲੇ ਸੱਜਣਾ ਨੂੰ ਵੀ ਇਹ ਚਾਹੀਦਾ ਉਹ ਧਿਆਨ ਰੱਖਣ। ਹੁਣ ਐ ਨਹੀਂ ਚੱਲਦੀ ਵੀ ਤੁਸੀਂ ਬੈਠੇ ਰਹੋ ਉੱਥੇ, ਇੱਥੇ ਤੁਸੀਂ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ, ਉਹ ਪੋਲਿਟਿਕਸ ਇੱਥੇ ਚਲਾ ਦਿਓ, ਇਹ ਨਹੀਂ ਚੱਲਦੀ। ਇਸ ਕਰਕੇ ਤੁਸੀਂ ਜੇ ਲੜਾਈ ਲੜਨੀ ਹੈ ਬਾਹਰ ਵਾਲੇ ਸੱਜਣਾ ਨੇ ਜਿਹੜੇ
ਪੰਜਾਬ ਦੇ ਬੜੇ ਦਰਦਮੰਦ ਹੈ ਤੇ ਬੜਾ ਇਹਦੇ ਲਈ ਦਰਦ ਰੱਖਦੇ ਆ ਪੰਜਾਬ ਲਈ, ਉਹ ਆਉਣ ਇੱਥੇ ਪਹਿਲਾਂ ਵੀ ਇੱਥੇ ਬਾਬੇ ਗਦਰੀ ਇੱਥੇ ਅਮਰੀਕਾ ਕੈਨੇਡਾ ਤੋਂ ਆਏ ਸੀ, ਆ ਕੇ ਇੱਥੇ ਸਿੱਧੇ ਲੜੇ, ਸਿੱਧੇ ਉਹਨਾਂ ਨੇ ਆ ਕੇ ਇੱਥੇ ਕੁਰਬਾਨੀਆਂ ਦਿੱਤੀਆਂ। ਉੱਥੇ ਬੈਠੋ ਤੁਸੀਂ ਲਗਜ਼ਰੀ ਲਾਈਫ ਨਿਭਾਓ ਤੇ ਇੱਥੇ ਆ ਕੇ ਦੇ ਕੇ ਕੁਝ ਡਾਲਰ ਤੇ ਇੱਥੇ ਲੋਕਾਂ ਨੂੰ ਕਹੋ ਵੀ ਹਾਂ ਜੀ ਚਲੋ ਕਰੋ ਸਟਾਰਟ ਸ਼ੁਰੂ, ਵੱਡੇ ਵੱਡੇ ਗਰਮ ਨਾਅਰੇ ਦੇ ਦਿਓ। ਇਹ ਪੋਲਿਟਿਕਸ ਨਹੀਂ ਚੱਲੇਗੀ। ਨਾ ਤਾਂ ਅਕਾਲ ਤਖਤ ਵਾਲੀ ਵਿਸ਼ੀ-ਵਾਸ਼ੀ ਉੱਤੇ ਵਾਲੀ ਪੋਲਿਟਿਕਸ ਚੱਲੇਗੀ ਤੇ ਨਾ ਚੱਲੇਗੀ ਕੋਈ ਗਰਮ। ਸਹੀ ਪੋਲਿਟਿਕਸ ਚਲਾਓ, ਸਮਝੋ ਪਹਿਲਾਂ ਸਾਡੀ ਪੋਜੀਸ਼ਨ ਕੀ ਹੈ, ਅਸੀਂ ਕਿੱਥੇ ਜਾ ਕੇ ਅਸੀਂ ਆਪਦੇ ਆਪ ਨੂੰ ਖਰਾਬ ਕਰਕੇ ਕਿਹੜੀ ਹਾਲਾਤ ਤੇ ਪਹੁੰਚ ਗਏ। ਸਿੱਖ ਹੁਣ ਬਹੁਤ ਛੋਟੀ ਮਿਨੋਰਿਟੀ ਹੈ, ਸਿੱਖ ਐਂ ਕਹੀ ਜਾਂਦੇ। ਮੈਨੂੰ ਸਭ ਤੋਂ ਜ਼ਿਆਦਾ ਵੱਡੀ ਹੈਰਾਨੀ ਇਸ ਗੱਲ ਤੇ ਆਉਂਦੀ ਹੈ ਵੀ ਕਈ ਸਿੱਖ ਚਿੰਤਕ ਬੜੇ ਵੱਡੇ ਨਾਂ ਵੀ ਉਹਨਾਂ ਦੇ ਬੜੇ ਰਹੇ ਆ, ਨਾਂ ਸਾਰੇ ਗੱਲ, ਉਹ ਚਿੰਤਕ ਕਹੀ ਜਾਂਦੇ ਸਿੱਖ ਗੁਲਾਮ ਹੈ, ਸਿੱਖ ਗੁਲਾਮ ਹੈ, ਸਿੱਖ ਗੁਲਾਮ ਹੈ। ਅਮਰਤਪਾਲ ਵੀ ਕਹੀ ਜਾਂਦਾ ਤੇ ਉਹਨਾਂ ਨੂੰ ਦਿਸਦਾ ਨਹੀਂ ਵੀ ਇੱਥੇ ਤਾਂ ਅਸੀਂ ਤਾਂ 1.5 ਕਰੋੜ 2 ਕਰੋੜ ਲੋਕ ਗੁਲਾਮ ਹੈ ਇੱਥੇ। ਚੱਲ ਮੰਨ ਲਈਏ ਉਹਨਾਂ ਦੀ ਗੱਲ, ਮੰਨ ਵੀ ਲਓ ਇੱਕ ਵਾਰ, ਇੱਥੇ ਤਾਂ ਫਿਰ ਮੁਸਲਮਾਨ ਕੀ ਹੈ 15% 16%। 2011 ਦੇ ਸੈਂਸਸ ਮੁਤਾਬਕ ਪਾਪੂਲੇਸ਼ਨ ਹੈ ਜਿਹੜੀ 20 ਕਰੋੜ ਦੇ ਨੇੜੇ ਤੇੜੇ ਬਣਦੀ ਹੈ। ਉਹ ਕੀ ਹੈ, ਉਹਨਾਂ ਨੂੰ ਤਾਂ ਉਹਨਾਂ ਦੇ ਨਾਂ ਹੀ ਸੂਚੀਆਂ, ਵੋਟਰ ਸੂਚੀਆਂ 'ਚ ਉਹਨਾਂ ਦੀ ਵੋਟ ਨਹੀਂ ਕੋਈ ਮੰਗਣ ਜਾਂਦਾ। ਉਹਨੂੰ ਤਾਂ ਪ੍ਰੈਕਟੀਕਲੀ ਬਾਹਰ ਪਾਵਰ ਚੋਂ ਕੱਢ ਹੀ ਦਿੱਤਾ ਹੈ। ਉਹਨਾਂ ਦੀ ਗੁਲਾਮੀ ਬਾਰੇ ਤੁਸੀਂ ਗੱਲ ਹੀ ਨਹੀਂ ਕਰਦੇ ਕਦੇ। ਇੱਥੇ ਹੁਣ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਹੈ ਪ੍ਰੋਗਰਾਮ ਦਾ, ਔਰ ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਜਿਹੜਾ ਗੁਰਦੁਆਰਾ ਕਮਿਸ਼ਨ ਜਿਹੜਾ ਹੈਗਾ, ਜਿਹੜਾ ਉਹ ਨਿਯੁਕਤ ਕਰ ਦਿੱਤਾ, ਉਹਦੀ ਸਥਾਪਨਾ ਹੋਈ ਨੂੰ 2 ਸਾਲ ਹੋ ਗਏ, ਤਾਂ ਕੇਂਦਰ ਹੁਣ ਇੱਥੇ ਜਿਹੜੀ ਹੈ ਉਹ ਚੋਣਾਂ ਦਾ ਐਲਾਨ ਕਿਉਂ ਨਹੀਂ ਉਹ ਕਮਿਸ਼ਨ ਨੂੰ ਕਰਨ ਲਈ ਕਹਿੰਦਾ? ਦੇਖੋ ਉਹਨਾਂ ਦਾ ਪੋਲਿਟਿਕਸ ਕਰਨੀਆਂ, ਤੁਹਾਡੇ ਰਾਹੀਂ ਵੀ ਕਰਨੀਆਂ। ਉਹਨਾਂ ਦੇ ਅਮਰਤਪਾਲ ਦੀ ਜਿਹੜੀ ਗਰਮ ਪੋਲਿਟਿਕਸ ਵੀ ਉਹ ਕਰ ਰਹੇ ਆ, ਇੱਕ ਤਰ੍ਹਾਂ ਦੇ ਕੁਝ ਇੰਟਰਸਟਡ ਪਾਰਟੀਆਂ ਉਹ ਕਰ ਰਹੀਆਂ, ਕੁਝ ਕਰ ਰਹੀਆਂ ਬਾਦਲ ਵਰਗੀ ਵੀ ਫੇਰ ਮੁੜ ਕੇ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਦਵਾ ਦਈਏ। ਜਿੰਨਾ ਚਿਰ ਉਹ ਕਬਜ਼ਾ ਲੈਣ ਦੀ ਪੋਜੀਸ਼ਨ 'ਚ ਹੈ ਨਹੀਂ, ਜਿੱਤਣ ਦੀ ਪੋਜੀਸ਼ਨ 'ਚ, ਇਲੈਕਸ਼ਨ ਨਾ ਹੀ ਕਰਾਓ। 2 ਸਾਲ ਹੋ ਗਏ, ਪਹਿਲਾਂ ਤਾਂ 11 ਸਾਲ ਤਾਂ ਇਲੈਕਸ਼ਨ ਹੋਈ ਨੂੰ ਹੋ ਗਿਆ, 5 ਸਾਲ ਪਿੱਛੋਂ ਹੋਣੇ ਚਾਹੀਦੇ, 6ਵਾਂ ਸਾਲ ਲੰਘ ਰਿਹਾ। ਅੱਛਾ, ਫਿਰ ਦੂਸਰਾ ਇਹ ਹੈ ਵੀ ਤੁਸੀਂ ਫਿਰ ਚੋਣ ਕਮਿਸ਼ਨ ਨੂੰ ਵੀ ਬਣਾਤਾ, ਜਸਟਿਸ SS ਸਰਾਓ ਨੂੰ ਤੁਸੀਂ ਉਹਦਾ ਇੰਚਾਰਜ ਵੀ ਬਣਾ ਕੇ ਭੇਜਤਾ, ਸਾਰਾ ਕੁਝ। ਤੇ ਕੁਝ ਸਟਾਫ ਪੰਜਾਬ ਨੇ ਦੇਤਾ ਜਿਹੜਾ ਸੈਂਟਰ ਨੇ ਦੇਣਾ ਸੀ ਦਿੱਤਾ ਹੀ ਨਹੀਂ ਹਜੇ ਤੱਕ। ਇਹ ਸਾਰਾ ਕੁਝ ਜਿਹੜਾ ਵਿਚਾਲੇ ਪਿਆ, ਤੇ ਇਹਦਾ ਮਤਲਬ ਤਾਂ ਟੋਟਲ ਪੋਲਿਟਿਕਸ ਵਿੱਚ ਤੁਹਾਨੂੰ ਪੋਲਿਟਿਕਸ ਵਿੱਚ ਖੇਡਿਆ ਜਾਂਦਾ, ਤੁਹਾਡੇ ਤੇ ਪਲੇ ਹੋ ਰਹੀ ਆ ਪੋਲਿਟਿਕਸ ਸਿੱਖਾਂ ਤੇ। ਇਸੇ ਕਰਕੇ ਨਾ ਸਿੱਖਾਂ ਨੂੰ ਆਪਦੀ ਕਿਸੇ ਵੀ ਲੈਵਲ ਦਾ ਕੰਟਰੋਲ ਨਹੀਂ। ਇੱਥੋਂ ਤੱਕ ਹੈ ਜੇ SGPC ਇਹਨਾਂ ਦੀ ਆਪਦੀ ਹੁੰਦੀ, ਜਿਹੜੀ ਪਹਿਲਾਂ SGPC 5 ਸਾਲ 8 ਮਹੀਨੇ ਚੱਲੀ ਸੀਗੀ, ਜਿਹੜੀ ਜਦੋਂ ਐਕਟ ਨਹੀਂ ਸੀ ਮੰਨਿਆ ਇਹਨਾਂ ਨੇ, ਉਹਦੇ ਮੁਤਾਬਕ ਸਾਰਾ ਕੁਝ ਕੀਤਾ ਸੀ। ਗੁਰਦੁਆਰਾ ਸੁਧਾਰ ਮੂਵਮੈਂਟ ਦੀ ਜਿਹੜੀ ਸਾਰੀਆਂ ਵੱਡੀਆਂ ਸਟਰਗਲਾਂ ਹੋਈਆਂ, ਵੱਡੀ ਜਦੋਜਹਿਦ ਹੋਈ, ਉਹ ਉਸੇ ਕਮੇਟੀ ਨੇ ਕੀਤੀ ਜਿਹੜੀ ਸਿੱਖਾਂ ਨੇ ਆਪ ਬਣਾਈ ਸੀ ਅਕਾਲ ਤਖਤ ਤੋਂ। ਉਹਦਾ ਹੁਣ ਦਿਨ ਵੀ ਨਹੀਂ ਮਨਾਉਂਦੇ ਇਹ। 12 ਅਕਤੂਬਰ ਨੂੰ ਤੇ 1920 ਚ ਹੋਇਆ ਸੀ ਤੇ ਉਹ ਮੁੜ ਕੇ 15 ਨਵੰਬਰ ਨੂੰ ਕੰਪਲੀਟ ਹੋ ਗਈ ਸੀ 1920 ਦੇ ਵਿੱਚ। ਉਹਦਾ ਦਿਨ ਵੀ ਨਹੀਂ ਮਨਾਉਂਦੇ ਇਹ SGPC ਵਾਲੇ ਸਾਰਾ। ਇਸ ਕਰਕੇ ਉਹ ਸਾਰਾ ਸਥਿਤੀ ਨੂੰ ਸਮਝੋ, ਇੱਕ ਵੱਡੇ ਪਰਸਪੈਕਟਿਵ ਵਿੱਚ ਸਮਝੋ ਗੱਲ ਨੂੰ, ਤਾਂ ਤੁਸੀਂ ਠੀਕ ਕਰ ਸਕਦੇ ਹੋ। ਤੇ ਨਹੀਂ ਤਾਂ ਫਿਰ ਤੁਹਾਨੂੰ ਇਹ ਨੇੜੇ ਦੀਆਂ ਐਡਹੌਕ ਦੀਆਂ ਗੱਲਾਂ ਕਰਕੇ ਇਹ ਸਾਰਾ ਕੁਝ ਤੁਹਾਡੇ ਪੱਲੇ ਨਹੀਂ ਪੈਣਾ। ਨਾ ਅਕਾਲ ਤਖਤ ਨੇ ਪਾਉਣਾ, ਉਹਦੀ ਕੋਈ ਇੰਡੀਪੈਂਡੈਂਟ ਹਸਤੀ ਨਹੀਂ। ਉਹਦੀ ਚੋਣ ਵੀ ਇਹੀ ਕਮੇਟੀ ਨੇ ਕਰਨੀ ਹੈ, ਜਿਹੜੀ ਵਿਸ਼ੀ-ਵਾਸ਼ੀ ਟਾਈਪ ਦੀ ਕਮੇਟੀ ਆ, ਜਿਹਨੂੰ ਕਦੇ ਸੈਂਟਰ ਨੇ ਲੋੜ ਪੈਣ ਤੇ ਉਹਨਾਂ ਦਾ ਪੁਸ਼ ਕੀਤਾ ਜਾਂਦਾ, ਲੋੜ ਪੈਣ ਤੇ ਉਹਦੀ ਚੋਣ ਨਹੀਂ ਕਰਾਈ ਜਾਂਦੀ। 17 ਸਾਲ ਲੰਘ ਜਾਣ, ਚੋਣ ਨਾ ਹੋਵੇ SGPC ਦੀ। ਤੇ ਇਹ ਹੈ ਸਾਰਾ ਕੁਝ। ਜਦੋਂ ਕਿ ਪਾਰਲੀਮੈਂਟ ਦੀ ਚੋਣਾਂ ਹੋ ਚੁੱਕੀਆਂ, 17 ਚੋਣਾਂ ਦੇ ਨੇੜੇ ਤੇੜ, ਤੇ ਸਾਡੇ ਇੱਥੇ 8 ਚੋਣਾਂ ਹੋਈਆਂ ਸਾਰੀਆਂ ਹੁਣ ਤੱਕ 70-75 ਸਾਲਾਂ ਵਿੱਚ SGPC ਦੀਆਂ। ਤੋ ਇਹ ਸਾਰਾ ਕੁਝ ਦੇਖਣ ਵਾਲਾ ਤੇ ਸਮਝਣਾ ਪਊ ਸਿੱਖਾਂ ਨੂੰ, ਸਿਰ ਜੋੜ ਕੇ ਗੱਲ ਕਰਨੀ ਪਊਗੀ। ਐਵੇਂ ਗਰਮ ਨਾਅਰਿਆਂ ਨਾਲ ਨਹੀਂ ਕੰਮ ਚੱਲੇਗਾ। ਤੇ ਇਸ ਕਰਕੇ ਨਾ ਤਾਂ ਸਾਡਾ ਹਜੇ ਤੱਕ ਕਮਿਸ਼ਨ ਵੀ ਜਿਹੜਾ ਬਣਾਇਆ ਹੋਇਆ, ਇਸ ਕਰਕੇ ਬੇਸਿਕ ਤਬਦੀਲੀਆਂ ਦੀ ਲੋੜ ਹੈ, ਬੇਸਿਕ ਗੱਲਾਂ ਸੋਚਣ ਦੀ ਲੋੜ ਹੈ, ਤੇ ਪੋਲਿਟਿਕਸ ਸਹੀ ਤੋਰੇ ਤੋਂ ਬਗੈਰ ਕੰਮ ਚੱਲਣਾ ਨਹੀਂ। ਇੱਥੇ ਹੀ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ, ਇਸ ਸ਼ੋਅ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ
ਤੇ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਇਸ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ।